Students, good morning to all of you. Today we study the limitation of statics lecture 4 chapter 13. हमारे पास अभी दो टॉपिक ही हैं, लिमिटेशन ऑफ स्टैटिक्स एंड सब्जेक्ट मैटर ऑफ द स्टैटिक्स. ठीक है, लिमिटेशन का मतलब है कि स्टैटिक्स कहाँ तक सीमित है, ये कहाँ तक लगाया जा सकता है. ठीक है, इसके जहाँ कहाँ तक ये पॉसिबल है, उसके अलावा कहाँ पर पॉसिबल नहीं है, इसके बारे में पढ़ेंगे. क्योंकि ये देखो, इसके नतीजे भी अगर मान लो किसी चीज़ को अप्लाई करते हैं तो अगर उसके कई बार रिजल्ट ऐसे निकल जाते हैं कि वो उसके नतीजे जो होते हैं कई बार हानिकारक भी निकलते हैं. ठीक है, तो इसलिए वो कहाँ तक ही सीमित है तो उसके बारे में पढ़ेंगे. स्टैटिक्स टोटली इग्नोर द क्वालिटेटिव एस्पैक्ट ऑफ फैक्ट. कहना असल ਦੇ ਵਿੱਚ ਅਸਲ ਤੱਥਾਂ ਨੂੰ ਛੱਡ ਕੇ ਉਹ ਮਤਲਬ ਕਿ ਅਸਲ ਤੱਥਾਂ ਨੂੰ ਕੁਆਲਿਟੇਟਿਵ ਨੂੰ ਛੱਡ ਕੇ ਕੁਆਂਟੀਟੇਟਿਵ 'ਤੇ ਧਿਆਨ ਦਿੰਦਾ ਹੈ. ਠੀਕ ਹੈ, ਅਸਲ ਦੇ ਵਿੱਚ ਦੇਖੋ ਆ ਦਿੱਤਾ ਹੈ ਆਪਣੇ ਕੋਲ ਦੋ ਐਸਪੈਕਟ ਦਾ ਹੋਨੈਸਟੀ, ਪਾਵਰਟੀ, ਇੰਟੈਲੀਜੈਂਸ. ਇਹਨਾਂ ਚੀਜ਼ਾਂ ਤੋਂ ਬਿਲਕੁਲ ਵੀ ਇਗਨੋਰ ਕੀਤਾ ਜਾਂਦਾ. ਇਹਨਾਂ ਨੂੰ ਉਲਟਾ ਕਿੰਨਾ ਵਿੱਚ ਚੇਂਜ ਕੀਤਾ ਜਾਂਦਾ, ਕੁਆਂਟੀਟੇਟਿਵ ਦੇ ਵਿੱਚ ਚੇਂਜ ਕੀਤਾ ਜਾਂਦਾ, ਨੂਮੈਰੀਕਲੀ ਦੇ ਵਿੱਚ ਚੇਂਜ ਕੀਤਾ ਜਾਂਦਾ. ਠੀਕ ਹੈ, ਸਟੈਟਿਕਸ ਔਰ ਸਿਰਫ ਕੁਆਂਟੀਟੇਟਿਵ ਤੱਥਾਂ ਦੀ ਗੱਲ ਕਰਦੀ ਹੈ, ਨਾ ਕਿ ਕੁਆਲਿਟੇਟਿਵ ਤੱਥਾਂ ਦੀ ਗੱਲ ਕਰਦੀ ਹੈ. ਜਿਵੇਂ ਕਿ ਨੈਕਸਟ ਵੀ ਦਿੱਤਾ ਆਪਣੇ ਕੋਲ लिमिटेशन रिस्ट्रिक्ट टू द स्कोप द स्टैटिक्स. कहता है हाउएवर वी कैन अप्लाई द स्टैटिकल ऑपरेशन द क्वालिटेटिव फ्रॉम द डाटा बाय फर्स्ट. अगर ਸਾਡੇ को ऑपरेशन मिलता भी क्वालिटेटिव फॉर्म ਦੇ ਵਿੱਚ, ਪਹਿਲਾਂ ਉਹਨੂੰ ਸਾਨੂੰ ਕਿੰਦੇ ਚੇਂਜ ਕਰਨਾ ਪੈਂਦਾ, ਕੁਆਂਟੀਟੇਟਿਵ ਫॉर्म ਦੇ ਵਿੱਚ ਚੇਂਜ ਕਰਨਾ ਪੈਂਦਾ. ਠੀਕ ਹੈ ਜੀ. ਨੈਕਸਟ ਹੈ ਸਟੈਟਿਕਸ ਡੀਲਸ ਵਿਦ ਐਵਰੇਜ ਓਨਲੀ. ਕਹਿੰਦਾ ਸਟੈਟਿਕਸ ਓਨਲੀ ਐਵਰੇਜ ਲਈ ਸਹੀ ਹੈ, ਇੰਡੀਵਿਜੂਅਲੀ ਅਗਰ ਲੈ ਕੇ ਚੱਲੀਏ ਉਹ ਗਲਤ ਹੀ ਨਿਕਲ ਸਕਦਾ. ਮੰਨ ਲਓ ਅਗਰ ਇੱਕ ਕਲਾਸ ਦੇ ਵਿੱਚ 4 ਬੱਚੇ ਆ, ਪਹਿਲੇ ਕੋਲ 5 ਰੁਪਏ, ਦੂਜੇ ਕੋਲ 10, ਤੀਜੇ ਕੋਲ 15 ਔਰ ਚੌਥੇ ਕੋਲ 5. ਇਹਨਾਂ ਅਗਰ ਟੋਟਲ ਕੀਤਾ ਜਾਵੇ 20, 30 ਅਤੇ 35. ਠੀਕ ਹੈ, 35 ਬਟਾ 4 ਕੀਤਾ ਆਪਣੇ ਕੋਲ ਕਿੰਨਾ ਆਉਂਦਾ ਜੀ, ਐਵਰੇਜ ਇਹਨਾਂ ਦੀ ਕਿੰਨੀ ਆਈ 8 ਚੌਕ 32, 8 ਪੁਆਇੰਟ ਸਮਥਿੰਗ ਕੁਛ ਆ ਗਈ. ਠੀਕ ਹੈ ਜੀ, 8 ਪੁਆਇੰਟ ਸਮਥਿੰਗ ਕੁਛ ਆ ਗਈ, 8 ਚੌਕ 32 8.75 ਆ ਗਈ. ਠੀਕ ਹੈ ਜੀ. ਅਗਰ ਆਪਾਂ ਇਹ ਕਹੀਏ ਕਿ 8.75 ਸਭ ਦੀ ਹੀ ਪੋਕਟ ਮਨੀ ਹੈ ਤਾਂ ਇਹ ਗਲਤ ਵੀ ਹੋ ਸਕਦਾ ਨਾ, 15 ਵਾਲੇ ਵਾਸਤੇ ਵੀ ਗਲਤ ਹੋ ਸਕਦਾ, 5 ਵਾਲੇ ਵਾਸਤੇ ਵੀ ਗਲਤ ਹੋ ਸਕਦਾ. ਇਸ ਲਈ ਸਿਰਫ ਇਹਦਾ ਐਵਰੇਜ ਇਫੈਕਟ ਕਹਿਣਾ ਹੀ ਠੀਕ ਹੈ. ਇਹ ਇੰਡੀਵਿਜੂਅਲੀ ਅਗਰ ਅਪਲਾਈ ਕਰਨਾ ਹੋਵੇ ਤਾਂ ਇਹ ਆਪਣੇ ਲਈ ਕੀ ਨਿਕਲੇਗਾ, ਗਲਤ ਨਿਕਲੇਗਾ. ਠੀਕ ਹੈ ਜੀ. ਤਾਂ ਨੈਕਸਟ ਹੈ ਸਟੈਟਿਕਸ ਡੀਲਸ ਵਿਦ ਐਗਰੀਗੇਟਸ ਓਨਲੀ. ਕਹਿੰਦੇ ਕੋਂਬੀਨੇਸ਼ਨ ਦਾ ਹੈ ਗੱਲ ਹੈ, ਇਹਨੂੰ ਆਪਾਂ ਕੋਂਬੀਨੇਸ਼ਨ ਦੇ ਵਿੱਚ ਲੈ ਕੇ ਚੱਲਾਂਗੇ. ਸਿੰਗਲੀ ਅਗਰ ਮੰਨ ਲਓ ਇੱਕ ਪਰਸਨ ਦੀ ਗੱਲ ਕੀਤੀ, ਉਹਨੂੰ ਆਪਾਂ ਗਰੁੱਪ ਦੇ ਵਿੱਚ ਨਹੀਂ ਲੈ ਕੇ ਆਵਾਂਗੇ, ਉਹਨੂੰ ਆਪਾਂ ਉਹਦਾ ਡਾਟਾ ਨਹੀਂ ਕਾਊਂਟ ਹੋਏਗਾ. ਅਗਰ ਗੱਲ ਕੀਤੀ ਜਾਂਦੀ ਪਰ ਕੈਪੀਟਲ ਇਨਕਮ, ਤਾਂ ਪੂਰੀ ਪੰਜਾਬ ਦੀ ਪਰ ਕੈਪੀਟਲ ਇਨਕਮ, ਪੂਰੀ ਸਟੇਟ ਦੀ, ਪੂਰੇ ਮਤਲਬ ਕਿ ਇੰਡੀਆ ਦੀ, ਉਹਨਾਂ ਦੀ ਗੱਲ ਕੀਤੀ ਜਾਵੇ. ਅਗਰ ਇੱਕ ਆਦਮੀ ਦੀ ਹੀ ਗੱਲ ਕੀਤੀ ਜਾਵੇ ਜਾਂ ਇੱਕ ਫਰਮ ਦੀ ਗੱਲ ਕੀਤੀ ਜਾਵੇ, ਉਹਨੂੰ ਐਗਰੀਗੇਟਸ ਦੇ ਵਿੱਚ ਜਾਂ ਸਟੈਟਿਕਸ ਦੇ ਵਿੱਚ ਡੀਲ ਨਹੀਂ ਕੀਤਾ ਜਾਂਦਾ. ਸਟੈਟਿਕਸ ਡੀਲ ਕੀਤਾ ਹੁੰਦਾ ਪੂਰੇ ਐਗਰੀਗੇਟਸ ਨੂੰ. ਅਗਰ ਕੋਈ ਫਰਮ ਧਾਗਾ ਫਰਮ ਹੈ ਤਾਂ ਧਾਗਾ ਫਰਮ ਇੰਡਸਟਰੀ ਹੈ, ਅਤੇ ਸਟੇਟਸ ਦੇ ਵਿੱਚ ਜਿੰਨੀਆਂ ਧਾਗਾ ਫਰਮ ਨੇ ਉਹਨਾਂ ਸਾਰਿਆਂ ਦੀ ਗੱਲ ਕੀਤੀ ਤਾਂ ਉਹਨਾਂ ਦੇ ਐਗਰੀਗੇਟਸ ਦੀ ਹੀ ਗੱਲ ਕੀਤੀ ਜਾਵੇਗੀ. ਠੀਕ ਹੈ ਜੀ. ਨੈਕਸਟ ਹੈ ਸਟੈਟਿਕਸ ਰਿਜ਼ਲਟ ਕੈਨ ਨੋਟ ਬੀ ਆਲਸੋ ਡਿਪੈਂਡੇਬਲ. ਉਵੇਂ ਜਿਵੇਂ ਕਿ ਆਪਾਂ ਐਵਰੇਜ ਦੀ ਗੱਲ ਕੀਤੀ ਹੈ, ਹਮੇਸ਼ਾ ਇੱਕ ਦੂਜੇ 'ਤੇ ਡਿਪੈਂਡੇਬਲ ਨਹੀਂ ਹੁੰਦੇ. ਠੀਕ ਹੈ ਜੀ. ਜੇ ਆਪਾਂ ਅਪਲਾਈ ਕੀਤੇ ਜਾਂ ਕਿਸੇ ਵੀ ਚੀਜ਼ ਦੇ ਦੂਜੀ ਚੀਜ਼ ਦੇ ਅਪਲਾਈ ਕੀਤੇ ਜਾਣ, ਇਹ ਜ਼ਰੂਰੀ ਨਹੀਂ ਹੋ ਸਕਦਾ, ਇਹ ਹਮੇਸ਼ਾ ਟਰੂ ਨਹੀਂ ਨਿਕਲ ਸਕਦੇ. ਠੀਕ ਹੈ, ਉਹ ਟਾਈਮ ਅਤੇ ਹਾਲਾਤਾਂ ਨੂੰ ਦੇਖ ਕੇ ਹੀ ਪਰਪਸ ਦੇ ਅਕੋਰਡਿੰਗ ਹੀ ਅਪਲਾਈ ਕੀਤੇ ਜਾ ਸਕਦੇ ਹਨ. ਨੈਕਸਟ ਹੈ ਸਟੈਟਿਕਸ ਡੂ ਨੋਟ ਐਸਟੈਬਲਿਸ਼ ਕਾਜ਼ਿਜ਼ ਐਂਡ ਇਫੈਕਟ ਰਿਲੇਸ਼ਨ. ਸਟੈਟਿਕਸ ਬਿਲਕੁਲ ਵੀ ਕਹਿੰਦਾ ਕਿ ਉਹ ਕਿੰਨਾ ਕਾਰਨਾਂ ਕਰਕੇ ਉਹਨਾਂ 'ਤੇ ਕੀ ਪ੍ਰਭਾਵ ਪਏ, ਇਹਨਾਂ ਦੀ ਤਾਂ ਬਿਲਕੁਲ ਵੀ ਗੱਲ ਨਹੀਂ ਕਰਦਾ. ਔਰ ਸਿਰਫ ਉਹ ਕੁਆਂਟੀਟੀ ਨੂਮੈਰੀਕਲ ਆਪਣੇ ਕੋਲ ਲਿਆ ਕੇ ਖੜਾ ਕਰ ਦਿੰਦਾ ਹੈ ਕਿ ਅਗਰ ਮੰਨ ਲਓ ਕੀਮਤ ਘਟੀ ਹੈ, ਕਿੰਨਾ ਕਾਰਨਾਂ ਕਰਕੇ ਘਟੀ ਹੈ, ਇਹ ਆਪਣੇ ਅੱਗੇ ਨਹੀਂ ਆਉਂਦੀ, ਉਹਦੀ ਕੁਆਲਿਟੇਟਿਵ ਫਾਰਮ ਨਹੀਂ ਆਉਂਦੀ, ਉਹ ਸਿਰਫ ਕੁਆਂਟੀਟੇਟਿਵ ਫਾਰਮ ਹੀ ਆਉਂਦੀ ਹੈ ਆਪਣੇ ਅੱਗੇ. ਠੀਕ ਹੈ, ਸਟੈਟਿਕ ਇਜ਼ ਓਨਲੀ ਏ ਮੀਨ ਐਂਡ ਨੋਟ ਐਨ ਐਂਡ. ਕਹਿੰਦਾ ਕਿ ਇਹ ਆਪਣੇ ਕੋਲ ਮੀਨ ਦੀ ਫਾਰਮ 'ਚ ਆਉਂਦਾ ਹੈ ਕਿ ਮਤਲਬ ਕਿ ਜਿਹੜੇ ਨੇ ਪ੍ਰੋਬਲਮਸ ਉਹਨਾਂ ਦੇ ਸੋਲੂਸ਼ਨਸ ਨਹੀਂ ਆਪਣੇ ਕੋਲ ਆਉਂਦੇ, ਆਪਣੇ ਕੋਲ ਸਿਰਫ ਉਹਨਾਂ ਦਾ ਐਂਡ ਆਉਂਦਾ ਹੈ ਕਿ ਉਹਨਾਂ ਦਾ ਅਖੀਰ 'ਤੇ ਨਤੀਜਾ ਇਹ ਨਿਕਲਿਆ, ਨਾ ਕਿ ਉਹਨੂੰ ਸੋਲਵ ਕਰਨ ਵਾਸਤੇ ਕੀ ਆਪਾਂ ਪੋਸੀਬਲ ਇਵੈਂਟਸ ਕੀਤੇ ਉਹ ਆਪਣੇ ਸਾਹਮਣੇ ਬਿਲਕੁਲ ਵੀ ਨਹੀਂ ਆਉਂਦੇ. ਠੀਕ ਹੈ, ਸਟੈਟਿਕਸ ਸਿਰਫ ਕੁਆਂਟੀਟੇਟਿਵ ਚੀਜ਼ਾਂ ਨੂੰ ਹੀ ਅੱਗੇ ਲੈ ਕੇ ਆਉਂਦੀ ਹੈ. ਨੈਕਸਟ ਹੈ ਬੋਲੇ ਨੇ ਇਹਦੇ ਬਾਰੇ ਇੱਕ ਵਰਡ ਵੀ ਇੱਕ ਸਟੇਟ ਵੀ ਕੀਤੀ ਹੈ ਕਿ ਸਟੈਟਿਕਸ ਓਨਲੀ ਆ ਫਰਨਿਸ਼ ਅ ਟੂਲ. ਇੱਕ ਐਵੇਂ ਦਾ ਔਜ਼ਾਰ ਹੈ, ਇੱਕ ਐਵੇਂ ਜਿਹਾ ਸਾਧਨ ਹੈ ਜੋ ਕਿ ਕਹਿੰਦਾ ਥਰੋ ਨੈਸੈਸਰੀ ਥਰੋ ਇਨਪਰਫੈਕਟ. ਉਹ ਇੱਕ ਨੈਸੈਸਰੀ ਥਰੋ ਇਨਪਰਫੈਕਟ, ਜ਼ਰੂਰੀ ਵੀ ਹੈ ਪਰ ਅਧੂਰਾ. ਠੀਕ ਹੈ, ਪਰ ਅਧੂਰਾ ਹੈ. ਵਿਚ ਇਜ਼ ਦਾ ਡੇਂਜਰਸ. ਇਹ ਡੇਂਜਰਸ ਉਹਨਾਂ ਲਈ ਹੈ ਜੇਕਰ ਉਹਨਾਂ ਦੇ ਹੱਥਾਂ ਵਿੱਚ ਚਲਾ ਗਿਆ, ਜਿਨ੍ਹਾਂ ਨੂੰ ਇਹਨਾਂ ਦੀ ਨੌਲੇਜ ਨਹੀਂ ਹੈ, ਜਿਨ੍ਹਾਂ ਨੂੰ ਇਹਨਾਂ ਦੀ ਕਮੀਆਂ ਜਾਂ ਖਾਮੀਆਂ ਬਾਰੇ ਪਤਾ ਨਹੀਂ ਹੈ, ਕਿੱਥੇ ਅਪਲਾਈ ਹੋਣਾ ਅਤੇ ਕਿੱਥੇ ਨਹੀਂ ਅਪਲਾਈ ਹੋਣਾ. ਇਹ ਉਹਨਾਂ ਦੇ ਹੱਥ 'ਚ ਅਗਰ ਚਲਾ ਜਾਵੇ ਤਾਂ ਇਹ ਇਹਦੇ ਡੇਂਜਰਸ ਨਤੀਜੇ ਨਿਕਲ ਸਕਦੇ. ਕਿਉਂਕਿ ਅਗਰ ਆਪਣੇ ਸਾਹਮਣੇ ਡਾਟਾਸ ਗਲਤ ਆ ਗਏ ਤਾਂ ਆਪਾਂ ਉਹਦੀ ਬੇਸਿਸ 'ਤੇ ਅਗਰ ਫਿਊਚਰ ਪੋਲਿਸੀਜ਼ ਜਾਂ ਫਿਰ ਫੋਰਮੇਟ ਕਰਦੇ ਹਾਂ ਜਾਂ ਕੁਛ ਗਵਰਨਮੈਂਟਸ ਦੇ ਹੱਥ ਚਲਾ ਜਾਂਦਾ ਉਹ ਡਾਟਾ, ਤੋਂ ਕੱਲ੍ਹ ਨੂੰ ਆਪਣੇ ਅੱਗੇ ਕੀ ਕਰ ਦੇਣਗੇ, ਕਾਫੀ ਪ੍ਰੋਬਲਮਸ ਕ੍ਰੀਏਟ ਕਰ ਦੇਣਗੇ. ਇਸ ਲਈ ਇੱਕ ਐਵੇਂ ਦਾ ਔਜ਼ਾਰ
ਜਾ ਰਿਹਾ ਹੈ ਜੋ ਕਿ ਜ਼ਰੂਰੀ ਵੀ ਹੈ ਅਤੇ ਉਹ ਆਪਣੇ ਲਈ ਇੰਪਰਫੈਕਟ ਵੀ ਹੈ। ਅਗਰ ਉਹਨਾਂ ਦੇ ਹੱਥ ਚਲਾ ਜਾਵੇ ਤਾਂ ਜਿਹੜੇ ਜਿਨ੍ਹਾਂ ਲੋਕਾਂ ਨੂੰ ਬਿਲਕੁਲ ਵੀ ਇਹਨਾਂ ਦੀ ਸਮਝ ਨਹੀਂ ਹੈ ਜਾਂ ਵਰਤਣਾ ਨਹੀਂ ਆਉਂਦਾ ਜਾਂ ਉਹਨਾਂ ਨੂੰ ਖਾਮੀਆਂ ਨਹੀਂ ਪਤਾ ਉਹਨਾਂ ਦੇ, ਅਗਰ ਵਰਤਣ ਤੋਂ ਪਹਿਲਾਂ ਕੋਈ ਵੀ ਔਜ਼ਾਰ ਹੈ ਵਰਤਣ ਤੋਂ ਪਹਿਲਾਂ ਆਪਾਂ ਉਹਨਾਂ ਦੀ ਖਾਮੀਆਂ ਅਤੇ ਉਹਨੂੰ ਵਰਤਣ ਦਾ ਤਰੀਕਾ ਜ਼ਰੂਰ ਪਤਾ ਹੋਣਾ ਚਾਹੀਦਾ ਹੈ। ਠੀਕ ਹੈ ਜੀ। ਨੈਕਸਟ ਹੈ ਆਪਣੇ ਕੋਲ ਨੈਕਸਟ ਹੈ ਵੇਰੀਅਸ ਫਾਰਮ ਆਫ ਸਟੈਟਿਕਸ ਔਰ ਸਬਜੈਕਟ ਮੈਟਰ ਆਫ ਦਾ ਸਟੈਟਿਕਸ। ਕਹਿੰਦਾ ਸਬਜੈਕਟ ਮੈਟਰਸ ਆਫ ਸਟੈਟਿਕਸ ਦੇ ਬਾਰੇ ਵਿੱਚ ਪੜਾਂਗੇ ਆਪਾਂ ਸਕੋਪ ਵੀ ਪੜ੍ਹ ਲਿਆ, ਲਿਮਿਟੇਸ਼ਨਸ ਵੀ ਪੜ੍ਹ ਲਏ, ਫੰਕਸ਼ਨਸ ਵੀ ਪੜ੍ਹ ਲਏ ਔਰ ਲਾਸਟ ਆਪਣਾ ਸਬਜੈਕਟ ਮੈਟਰ ਹੀ ਰਹਿ ਗਿਆ। ਠੀਕ ਹੈ। ਇਹ ਚਾਰ ਤਰ੍ਹਾਂ ਦਾ ਹੈ, ਡਿਸਕ੍ਰਿਪਟਿਵ ਹੈ, ਇੰਡਕਟਿਵ ਹੈ, ਐਨਾਲਾਈਜ਼ਿੰਗ ਹੈ ਔਰ ਅਪਲਾਈਡ ਹੈ। ਨੈਚੁਰਲੀ ਇਹਨੂੰ ਸਿਰਫ ਔਰ ਸਿਰਫ ਦੋ ਲਾਈਨਾਂ ਵਿੱਚ ਤੁਹਾਨੂੰ ਐਕਸਪਲੇਨ ਕਰ ਰਹੀ। ਡਿਸਕ੍ਰਿਪਟਿਵ ਕੀ ਹੈ, ਇਹਨੂੰ ਆਪਾਂ ਖੋਲ ਕੇ ਲਿਖਦੇ ਹਾਂ। ਠੀਕ ਹੈ। ਜਿਵੇਂ ਕਿ ਆਪਾਂ ਉਹਦੀ ਔਰਗਨਾਈਜੇਸ਼ਨ ਕਰਦੇ ਹਾਂ, ਕਲੈਕਸ਼ਨ ਕਰਦੇ ਹਾਂ, ਕਲਾਸੀਫਿਕੇਸ਼ਨ ਕਰਦੇ ਹਾਂ, ਇਹਨਾਂ ਸਾਰੀਆਂ ਚੀਜ਼ਾਂ ਬਾਰੇ ਪੜ੍ਹਦੇ ਹਾਂ। ਠੀਕ ਹੈ। ਇਹ ਪੂਰੀ ਤਰ੍ਹਾਂ ਡਿਸਕ੍ਰਿਪਟਿਵ ਸਟੈਟਿਕ ਹੈ। ਉਹਨਾਂ ਦੇ ਰੋ ਮਟੀਰੀਅਲ ਨੂੰ ਇਕੱਠਾ ਕਰਕੇ ਉਹਨੂੰ ਫਾਈਨਲ ਐਨਾਲਾਈਸਿਸ ਔਰ ਇੰਟਰਪ੍ਰੀਟੇਸ਼ਨ ਤੱਕ ਵੀ ਪਹੁੰਚਦੇ ਹਾਂ। ਠੀਕ ਹੈ। ਨੈਕਸਟ ਇਨਫੀਰੀਅਲ ਹੈ। ਇਹਦੀ ਜਿਹੜੀ ਸੱਚਾਈ ਹੈ, ਠੀਕ ਹੈ, ਉਹ ਆਪਣੇ ਕੋਲ ਫੋਰਕਾਸਟਿੰਗ ਇਨ ਫਿਊਚਰ ਦੇ ਵਿੱਚ ਆਪਾਂ ਕਿਵੇਂ ਇਹਨੂੰ ਅਪਲਾਈ ਕਰ ਸਕਦੇ ਹਾਂ। ਇਨਫੀਰੀਅਲ ਆਪਾਂ ਕੱਲ੍ਹ ਨੂੰ ਆਪਾਂ ਨੂੰ ਕਿਵੇਂ ਫੋਰਕਾਸਟਿੰਗ ਕਰ ਸਕਦੇ ਹਾਂ। ਠੀਕ ਹੈ। ਇਹ ਆਪਣੇ ਲਈ ਇਨਫੀਰੀਅਲ ਸਟੈਟਿਕਸ ਵੀ ਬਣ ਜਾਂਦਾ ਹੈ। ਪੰਜਾਬੀ ਵਿੱਚ ਬੋਲ ਸਕਦੇ ਅਨੁਮਾਨਕਾਰੀ ਜਾਂ ਨਤੀਜਾ ਕਿ ਆਪਾਂ ਭਵਿੱਖ ਵਿੱਚ ਕੀ ਕਰ ਸਕਦੇ ਹਾਂ। ਠੀਕ ਹੈ। ਇਹਨਾਂ ਚੀਜ਼ਾਂ ਨੂੰ ਆਪਾਂ ਸੋਚ ਸਮਝ ਕੇ ਇਹਨਾਂ ਦੇ ਅਕੋਰਡਿੰਗ ਆਪਾਂ ਨੈਕਸਟ ਅਪਲਾਈ ਕਰ ਸਕਦੇ ਹਾਂ। ਠੀਕ ਹੈ। ਨੈਕਸਟ ਹੈ ਐਨਾਲਾਈਸਟਿਕ ਸਟੈਟਿਕਸ। ਆਪਾਂ ਇਹਨੂੰ ਬਾਅਦ ਦੇ ਵਿੱਚ ਥਿਓਰੈਟੀਕਲੀ ਆਪਾਂ ਕਰਕੇ ਜਾਂ ਉਸ ਤੋਂ ਬਾਅਦ ਪ੍ਰੈਕਟੀਕਲੀ ਕਰਕੇ ਉਹਨੂੰ ਐਨਾਲਾਈਜ਼ਿੰਗ ਵੀ ਕਰਨਾ ਪੋਸੀਬਲ ਹੋ ਜਾਂਦਾ ਹੈ। ਕਾਫੀ ਸਾਰੇ ਆਪਣੇ ਕੋਲ ਵੇਰੀਅਸ ਵੇਜ਼ ਹੈ ਆਪਣੇ ਨੂੰ ਸੋਲਵ ਕਰਨ ਦੇ। ਠੀਕ ਹੈ। ਇਹਨੂੰ ਸੋਲਵ ਕਰਨ ਦੇ ਆਪਣੇ ਕੋਲ ਨੈਕਸਟ ਕਾਲ ਆਏਗਾ, ਡਾਟਾਜ਼ ਆਉਣਗੇ, ਜਿਵੇਂ ਕਿ ਆਪਾਂ ਕੋਰਿਲੇਸ਼ਨ ਨਾ ਕਰਾਂਗੇ ਜਾਂ ਫਿਰ ਪ੍ਰੋਬੇਬਿਲਿਟੀ ਨਾ ਕਰਾਂਗੇ, ਮੀਨ ਮੀਡੀਅਨ ਮੋਡ ਨਾ ਕਰਾਂਗੇ, ਐਨਾਲਾਈਸਿਸ ਕਾਫੀ ਸਾਰੇ ਆਪਣੇ ਕੋਲ ਮੈਥਡਸ ਹੈ ਇਹਨੂੰ ਐਨਾਲਾਈਸਿਸ ਕਰਨ ਦੇ। ਉਸ ਤੋਂ ਬਾਅਦ ਐਨਾਲਾਈਸਿਸ ਕਰਨ ਤੋਂ ਬਾਅਦ ਆਪਾਂ ਲਾਸਟ ਕਰਦੇ ਹਾਂ ਅਪਲਾਈਡ ਕਰਦੇ ਹਾਂ। ਕੀ ਕਰਦੇ ਹਾਂ? ਅਪਲਾਈਡ ਕਰਦੇ ਹਾਂ। ਅਪਲਾਈਡ ਕਰਨ ਤੋਂ ਬਾਅਦ ਆਪਣੇ ਸਾਹਮਣੇ ਕਾਫੀ ਤਰ੍ਹਾਂ ਦੀ ਵੈਰੀਫਾਈਡ ਆ ਜਾਂਦੇ ਕਿ ਇਹਨੂੰ ਅਪਲਾਈ ਕਰਨ ਤੋਂ ਬਾਅਦ ਆਪਣੇ ਸਾਹਮਣੇ ਕੀ ਨਤੀਜੇ ਨਿਕਲੇ, ਕੀ ਇਨਕਮ ਲੈਵਲ ਬਣਿਆ, ਕੀ ਆਪਣੀ ਐਗਰੀਕਲਚਰ ਪ੍ਰੋਡਕਸ਼ਨ ਬਣੀ, ਅੱਛੀ ਬਣੀ ਜਾਂ ਬੁਰੀ ਬਣੀ। ਆਪਣੇ ਸਾਹਮਣੇ ਬਾਅਦ ਦੇ ਵਿੱਚ ਜੋ ਆਪਾਂ ਸਟਾਰਟਿੰਗ ਤੋਂ ਕੀਤਾ ਸੀ ਆਪਾਂ ਉਹਨੂੰ ਕਲੈਕਟ ਕੀਤਾ, ਉਹਦੇ ਵੇਸ 'ਤੇ ਆਪਾਂ ਡਾਟਾ ਬਣਾਇਆ ਆਪਣੇ ਕੋਲ, ਲਾਸਟ 'ਤੇ ਉਹਨੂੰ ਅਪਲਾਈਡ ਕਰਨ ਦੇ ਬਾਵਜੂਦ ਆਪਣੇ ਸਾਹਮਣੇ ਕੀ ਕੌਜ਼ਿਜ਼ ਆਏ ਆਪਾਂ ਪ੍ਰੈਜੈਂਟੇਸ਼ਨ ਦੇ ਦਾਂਗੇ ਔਰ ਆਪਣੇ ਕੋਲੋਂ ਕੀ ਬਣ ਜਾਂਦਾ ਹੈ, ਲਾ ਆਫ ਇਕੋਨਮਿਕ ਬਣ ਜਾਂਦਾ ਹੈ। ਇਹਨੂੰ ਇੱਕ ਇਕੋਨਮਿਕਸ ਨੇ, ਇੱਕ ਸਟੈਟਿਕਸ ਨੇ ਇੱਕ ਨੂੰ ਲਾਈਨ ਦੇ ਵਿੱਚ ਕਿਹਾ ਹੈ ਕਿ ਸਟੈਟਿਕਸ ਇਜ਼ ਦਾ ਸੈਸ਼ਨਲੀ ਐਂਡ ਅਪਲਾਈਡ ਸਾਇੰਸ ਇਟਸ ਓਨਲੀ ਜਸਟੀਫਿਕੇਸ਼ਨ ਲਾਈਜ਼ ਇਨ ਦਾ ਹੈਲਪ ਇਟ ਗਿਵ ਦਾ ਇਨ ਦਾ ਸੋਲਵਿੰਗ ਪ੍ਰੋਬਲਮਸ। ਕਹਿੰਦਾ ਕਿ ਸਟੈਟਿਕਸ ਇੱਕ ਐਵੇਂ ਦਾ ਵਿਗਿਆਨ ਹੈ ਕਿ ਇਹਨੂੰ ਅਪਲਾਈ ਕਰਨ ਤੋਂ ਬਾਅਦ ਇਹਨੂੰ ਆਪਾਂ ਇਸ ਤਰ੍ਹਾਂ ਆਪਾਂ ਐਕਸਪਲੇਨ ਕਰ ਸਕਦੇ ਹਾਂ ਕਿ ਇਹਨੂੰ ਦਲੀਲ ਲੈ ਸਕਦੇ ਹਾਂ ਕਿ ਇਹ ਹਰ ਇੱਕ ਮੁਸ਼ਕਿਲ ਦਾ ਹੱਲ ਹੈ। ਇਟ ਕੈਨ ਗਿਵ ਇਨ ਦਾ ਸੋਲਵਿੰਗ ਅ ਪ੍ਰੋਬਲਮ। ਇਹ ਹਰ ਤਰ੍ਹਾਂ ਦੀ ਮੁਸ਼ਕਿਲ ਦਾ ਕੀ ਹੈ, ਹੱਲ ਹੈ ਕਿ ਜੋ ਵੀ ਪ੍ਰੋਬਲਮਸ ਆ ਉਹਨੂੰ ਆਪਾਂ ਕਿਵੇਂ ਕੰਟਰੋਲ ਕਰਨਾ ਹੈ, ਕਿਵੇਂ ਅਪਲਾਈ ਕਰਨਾ ਹੈ, ਉਹ ਸਰਵੇ ਕਰਨ ਦੇ ਅਲੱਗ-ਅਲੱਗ ਫੀਲਡਸ ਦੇ ਸਰਵੇ ਕਰਨ ਤੋਂ ਬਾਅਦ ਹੀ ਆਪਾਂ ਨੂੰ ਪਤਾ ਚੱਲਦਾ ਹੈ। ਇਸ ਦੇ ਨਾਲ ਹੀ ਆਪਣਾ ਇਹ ਟੌਪਿਕ ਖਤਮ ਹੁੰਦਾ ਹੈ। ਲਾਸਟ ਆਪਣੇ ਕੋਲ ਇੱਕ ਟੌਪਿਕ ਹੈ ਕਿ ਸਟੈਟਿਕਸ ਆ ਸਾਇੰਸ ਔਰ ਐਨ ਆਰਟ। ਹਾਂ, ਸਾਇੰਸ ਵੀ ਹੈ, ਆਰਟ ਵੀ ਹੈ। ਸਾਇੰਸ ਕਿਵੇਂ ਹੈ? ਵਿਗਿਆਨ ਹੈ। ਠੀਕ ਹੈ। ਸਰਚ ਕਰਨਾ, ਰਿਸਰਚ ਕਰਨਾ। ਠੀਕ ਹੈ। ਰਿਸਰਚ ਕਿੱਥੋਂ ਕਿਤੇ ਕਿਸ ਤਰੀਕੇ ਨਾਲ ਕਰਨਾ, ਕਿਵੇਂ ਆਪਾਂ ਨੂੰ ਐਪਰੀਸ਼ੀਏਸ਼ਨ ਨੂੰ ਡਾਟਾ ਚਾਹੀਦਾ ਹੈ ਉਹਨੂੰ ਅਪਲਾਈ ਕਰਨਾ। ਆਰਟ ਕਿਵੇਂ ਹੈ? ਅਪਲਾਈ ਕਰਨਾ, ਕਿਸ ਵੇ ਨਾਲ ਅਪਲਾਈ ਕਰਨਾ, ਉਹਨੂੰ ਕਿਵੇਂ ਫਾਰਮੈਟ ਦੇਣਾ। ਠੀਕ ਹੈ। ਇਹ ਇੱਕ ਆਰਟ ਵੀ ਹੈ ਕਿਉਂਕਿ ਆਰਟ ਉਦੋਂ ਹੀ ਹੋਏਗਾ ਜੇਕਰ ਉਹ ਸਹੀ ਇਨਸਾਨ ਦੇ ਹੱਥ ਜਿਹਨੂੰ ਉਹਦੀ ਨੌਲੇਜ ਹੈ, ਉਹਨੂੰ ਉਹਦੇ ਕਾਰਨ, ਉਹਦੀ ਕਮੀਆਂ, ਉਹਦੇ ਵੇ ਤਰੀਕੇ ਸਭ ਪਤਾ ਨੇ। ਠੀਕ ਹੈ। ਉਹਦੇ ਲਈ ਇਹ ਆਰਟ ਵੀ ਹੈ। ਠੀਕ ਹੈ। ਇਹ ਸਾਇੰਸ ਵੀ ਹੈ, ਇਹ ਆਰਟ ਵੀ ਹੈ। ਠੀਕ ਹੈ। ਇਹ ਹੋ ਚੁੱਕਾ ਹੈ ਕਿ ਸਾਇੰਸ ਵੀ ਹੈ ਔਰ ਆਰਟ ਵੀ ਹੈ। ਇਸ ਨਾਲ ਆਪਣਾ ਇਹ ਟੌਪਿਕ ਖਤਮ ਹੁੰਦਾ ਹੈ ਔਰ ਆਪਣਾ ਚੈਪਟਰ ਵੀ ਖਤਮ ਹੁੰਦਾ। ਸਟੈਟਿਕਸ ਦੀ ਇਨਫੋਰਮੇਸ਼ਨ ਖਤਮ ਹੁੰਦੀ। ਸਟੈਟਿਕ ਅਸਲ 'ਚ ਹੁੰਦਾ ਕੀ ਹੈ? ਠੀਕ ਹੈ ਜੀ। ਆਪਾਂ ਜੋ ਡਾਟਾ ਕਲੈਕਟ ਕਰਦੇ ਹਾਂ ਆਪਣੀ ਫੋਰਮੇਸ਼ਨ ਦੇ ਲਈ ਉਸਨੂੰ ਕੀ ਕਹਿੰਦੇ ਹਨ? ਸਟੈਟਿਕਸ। ਥੈਂਕ ਯੂ ਐਂਡ ਹੈਵ ਅ ਨਾਈਸ ਡੇ।